ਦੋਸਤੋ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਸੰਵਿਧਾਨ ਹੈਗਾ ਆਪਣੇ ਦੇਸ਼ ਦਾ, ਠੀਕ ਹੈ, ਉਹਦੇ ਆਪਾਂ ਜਿਹੜੇ ਹੈਗੇ ਆ ਕੁਐਸਚਨ ਆਨਸਰ ਕਰਾਂਗੇ। MCQ ਕੁਐਸਚਨ ਆਨਸਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ 1000 ਜਿਹੜੇ ਕੁਐਸਚਨ ਹੈਗੇ ਆ ਉਹਦੀ ਇੱਕ ਸੀਰੀਜ਼ ਤਿਆਰ ਕੀਤੀ ਜਾਵੇ। ਲਗਾਤਾਰ ਆਪਾਂ ਅਲੱਗ-ਅਲੱਗ ਪਾਰਟਾਂ ਵਿੱਚ ਕਰਾਂਗੇ। ਉਹਦਾ ਕੀ ਹੈਗਾ, ਇਹ ਭਾਗ ਪਹਿਲਾ ਜਿਹਦੇ ਵਿੱਚ 1 ਤੋਂ ਲੈ ਕੇ 20 ਤੱਕ ਕੁਐਸਚਨ ਹੈ, ਠੀਕ ਹੈ। 1000 ਕੁਐਸਚਨ ਦੇ ਆਪਾਂ ਸੀਰੀਜ਼ ਸਾਰਾ ਜਿਹੜਾ ਸੰਵਿਧਾਨ ਹੈਗਾ ਟੌਪਿਕ ਵਾਈਜ਼ ਆਪਾਂ ਕੰਪਲੀਟ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਦੇਖੋ ਪਹਿਲਾ ਕੁਐਸਚਨ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ ਕਿੰਨਾ ਸਮਾਂ ਲੱਗਿਆ? ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਿਆ? ਇਹ ਯਾਦ ਰੱਖਣਾ, ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨੂੰ ਤਿਆਰ ਕਰਨ ਲਈ ਕਿੰਨਾ ਸਮਾਂ ਲੱਗਿਆ ਸੀ? 2 ਸਾਲ 11 ਮਹੀਨੇ ਤੇ 18 ਦਿਨ। 2 ਸਾਲ 11 ਮਹੀਨੇ ਤੇ 18 ਦਿਨ। ਇਹਦੇ ਵਿੱਚ ਇੱਕ ਗੱਲ ਯਾਦ ਰੱਖਿਓ, ਜਿਹੜਾ ਭਾਰਤੀ ਸੰਵਿਧਾਨ ਹੈ ਉਹ ਤਿਆਰ ਕਿਹਨੇ ਕੀਤਾ ਸੀਗਾ? ਸੰਵਿਧਾਨ ਸਭਾ ਨੇ। ਕਿਹਨੇ ਤਿਆਰ ਕੀਤਾ ਸੀਗਾ? ਨਾਲ ਇਹ ਵੀ ਯਾਦ ਰੱਖਣਾ, ਸੰਵਿਧਾਨ ਸਭਾ ਨੇ, ਠੀਕ ਹੈ। ਸੰਵਿਧਾਨ ਸਭਾ ਦੀ ਸਥਾਪਨਾ ਹੋਈ ਸੀ 1946 ਦੇ ਵਿੱਚ। ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ ਜਿਹੜੀ ਸੰਵਿਧਾਨ ਸਭਾ ਹੈ ਉਹਦੀ ਜਿਹੜੀ ਹੈਗੀ ਹੈ ਗਠਨ ਕਦੋਂ ਹੋਇਆ ਸੀ? 1946 ਦੇ ਵਿੱਚ। ਉਹਨੂੰ ਕਿੰਨਾ ਸਮਾਂ ਲੱਗਿਆ ਸੀ? 2 ਸਾਲ 11 ਮਹੀਨੇ ਤੇ 18 ਦਿਨ। ਇਹਨਾਂ ਨੇ ਜਦੋਂ ਮੰਨ ਲਓ ਸੰਵਿਧਾਨ ਤਿਆਰ ਹੋ ਗਿਆ ਤਾਂ ਇਹ ਵੀ ਯਾਦ ਰੱਖਿਓ 26 ਨਵੰਬਰ 1949 ਨੂੰ ਜਿਹੜਾ ਸੰਵਿਧਾਨ ਆਪਣਾ ਤਿਆਰ ਹੋ ਗਿਆ ਸੀ। 26 ਨਵੰਬਰ 1949 ਨੂੰ ਜਿਹੜਾ ਭਾਰਤ ਦਾ ਜਿਹੜਾ ਸੰਵਿਧਾਨ ਕੀ ਹੋ ਗਿਆ ਸੀਗਾ? ਤਿਆਰ ਹੋ ਗਿਆ ਸੀ। ਪਰੰਤੂ ਜਿਹੜਾ ਲਾਗੂ ਕਦੋਂ ਹੋਇਆ ਸੀਗਾ? ਲਾਗੂ ਹੋਇਆ ਸੀ 2 ਮਹੀਨਿਆਂ ਬਾਅਦ ਜਾ ਕੇ, 26 ਜਨਵਰੀ 1950 ਨੂੰ। ਲਾਗੂ ਕਦੋਂ ਹੋਇਆ ਸੀ? 26 ਜਨਵਰੀ 1950 ਨੂੰ। ਇਹ ਵੀ ਯਾਦ ਰੱਖਣਾ, ਠੀਕ ਹੈ। ਸੰਵਿਧਾਨ ਸਭਾ ਬਣੀ ਸੀ 1946 'ਚ। ਜਿਹੜਾ ਮੰਨ ਲਓ ਵੀ ਸੰਵਿਧਾਨ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ, ਅਤੇ ਤਿਆਰ ਹੋਇਆ ਸੰਵਿਧਾਨ ਆਪਾਂ ਲਾਗੂ ਕਦੋਂ ਹੋਇਆ? 26 ਜਨਵਰੀ 1950 ਨੂੰ, ਠੀਕ ਹੈ ਜੀ। ਅਗਲਾ ਕੁਐਸਚਨ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਖਰੜਾ ਕਮੇਟੀ, ਜਿਹੜੀ ਉਹਦੀ ਡਰਾਫਟਿੰਗ ਕਮੇਟੀ ਸੀਗੀ, ਉਹਦਾ ਸਭਾਪਤੀ ਕੌਣ ਸੀ? ਵੇਖੋ ਜਿਹੜਾ ਭਾਰਤੀ ਜਿਹੜਾ ਸੰਵਿਧਾਨ ਹੈ, ਤੁਹਾਨੂੰ ਇੱਕ ਚੀਜ਼ ਦੱਸਦਾ, ਉਹਨੂੰ ਤਿਆਰ ਕਰਨ ਲਈ ਕੁੱਲ ਕਿੰਨੀਆਂ ਕਮੇਟੀਆਂ ਬਣਾਈਆਂ ਗਈਆਂ? 13 ਕਮੇਟੀਆਂ। ਕੁੱਲ ਕਿੰਨੀਆਂ ਕਮੇਟੀਆਂ ਬਣੀਆਂ ਸੀਗੀਆਂ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ? 13 ਕਮੇਟੀਆਂ। ਉਹਨਾਂ ਵਿੱਚ ਇੱਕ ਮੇਨ ਕਮੇਟੀ ਸੀਗੀ ਡਰਾਫਟਿੰਗ ਕਮੇਟੀ। ਕਿਹੜੀ ਕਮੇਟੀ ਸੀ? ਮੇਨ ਡਰਾਫਟਿੰਗ ਕਮੇਟੀ, ਜਿਹਨੇ ਆਪਣੇ ਸੰਵਿਧਾਨ ਦਾ ਪੂਰਾ ਜਿਹੜਾ ਖਰੜਾ ਤਿਆਰ ਕੀਤਾ ਸੀ। ਅਤੇ ਉਹਦੇ ਜਿਹੜੇ ਸਭਾਪਤੀ ਮੀਨਿੰਗ ਚੇਅਰਮੈਨ ਕੌਣ ਸੀਗੇ? ਡਾਕਟਰ BR ਅੰਬੇਦਕਰ। ਡਾਕਟਰ BR ਅੰਬੇਦਕਰ ਕੀ ਸੀਗੇ? ਸੰਵਿਧਾਨ ਸਭਾ ਦੀ ਡਰਾਫਟਿੰਗ ਕਮੇਟੀ ਆ ਉਹਦੇ ਕੀ ਸੀਗੇ? ਚੇਅਰਮੈਨ। ਅਤੇ ਇੱਕ ਗੱਲ ਹੋਰ ਯਾਦ ਰੱਖਣੀ ਹੈ ਡਾਕਟਰ BR ਅੰਬੇਦਕਰ ਜੀ ਦੇ ਬਾਰੇ, ਇਹਨਾਂ ਨੂੰ ਭਾਰਤੀ ਸੰਵਿਧਾਨ ਦਾ ਕੀ ਕਿਹਾ ਜਾਂਦਾ? ਪਿਤਾਮਾ। ਜਿਹੜਾ ਭਾਰਤੀ ਸੰਵਿਧਾਨ ਹੈ ਉਹਦਾ ਪਿਤਾਮਾ ਵੀ ਡਾਕਟਰ BR ਅੰਬੇਦਕਰ ਨੂੰ ਹੀ ਕਿਹਾ ਜਾਂਦਾ, ਠੀਕ ਹੈ ਜੀ। ਅਗਲਾ, ਸੰਵਿਧਾਨ ਸਭਾ ਕੰਸਟੀਚੁਐਂਟ ਅਸੈਂਬਲੀ ਦਾ ਪਹਿਲਾ ਪ੍ਰਧਾਨ ਕੌਣ ਸੀ? ਜਿਹੜੀ ਸੰਵਿਧਾਨ ਸਭਾ ਹੈਗੀ ਹੈ ਉਹਦਾ ਪਹਿਲਾ ਪ੍ਰਧਾਨ ਕੌਣ ਸੀ? ਤੁਹਾਨੂੰ ਦੱਸਿਆ ਵੀ ਜਿਹੜੀ ਸੰਵਿਧਾਨ ਸਭਾ ਹੈ, ਹੁਣੇ ਤੁਹਾਨੂੰ ਮੈਂ ਦੱਸਿਆ ਇਹਦਾ ਗਠਨ ਕਦੋਂ ਹੋਇਆ ਸੀ? 1946 ਦੇ ਵਿੱਚ। ਸੰਵਿਧਾਨ ਸਭਾ ਦਾ ਪਹਿਲਾ ਗਠਨ ਕਦੋਂ ਹੋਇਆ? 1946 ਵਿੱਚ। ਇੱਕ ਗੱਲ ਇੱਥੇ ਹੋਰ ਯਾਦ ਰੱਖਿਓ, ਇਹਦੀ ਜਿਹੜੀ ਪਹਿਲੀ ਮੀਟਿੰਗ ਹੈਗੀ ਹੈ, ਪਹਿਲੀ ਮੀਟਿੰਗ ਹੋਈ ਸੀ 9 ਦਸੰਬਰ 1946 ਨੂੰ। 9 ਦਸੰਬਰ 1946 ਨੂੰ ਇਹਦੀ ਪਹਿਲੀ ਮੀਟਿੰਗ ਹੋਈ ਸੀ, ਠੀਕ ਹੈ। ਉਦੋਂ ਇਹਨਾਂ ਦਾ ਕੋਈ ਚੇਅਰਮੈਨ ਹੈ ਨਹੀਂ ਸੀ, ਕੋਈ ਵੀ ਪ੍ਰਧਾਨ ਨਹੀਂ ਹੈਗਾ ਸੀ। ਫਿਰ ਕੀ ਕੀਤਾ ਗਿਆ ਸੀਗਾ? ਜਿਹੜੇ ਵੀ ਮੈਂਬਰ ਸੀਗੇ ਉਹਨਾਂ ਦੇ ਵਿੱਚ ਡਾਕਟਰ ਸਚੀਦਾਨੰਦ ਸਿਨਹਾ ਜੀ ਸੀਗੇ। ਡਾਕਟਰ ਸਚੀਦਾਨੰਦ ਸਿਨਹਾ ਜੀ, ਇਹਨਾਂ ਨੂੰ ਕੀ ਕੀਤਾ ਸੀਗਾ? ਸੰਵਿਧਾਨ ਸਭਾ ਦਾ ਇੱਕ ਵਾਰੀ ਕੀ ਬਣਾ ਲਿਆ ਗਿਆ ਸੀਗਾ? ਪ੍ਰਧਾਨ। ਇਹ ਯਾਦ ਰੱਖਣਾ, ਇਹ ਅਸਥਾਈ ਪ੍ਰਧਾਨ ਸੀ। ਇਹ ਜੇ ਪੇਪਰ 'ਚ ਆਵੇ ਪਹਿਲੇ ਅਸਥਾਈ ਪ੍ਰਧਾਨ ਕੌਣ ਸੀ? ਤਾਂ ਵੀ ਡਾਕਟਰ ਸਚੀਦਾਨੰਦ ਸਿਨਹਾ। ਜੇ ਆਵੇ ਪਹਿਲਾ ਪ੍ਰਧਾਨ ਕੌਣ ਸੀ? ਤਾਂ ਵੀ ਕੀ ਹੈ? ਡਾਕਟਰ ਸਚੀਦਾਨੰਦ ਸਿਨਹਾ ਜੀ ਇਹਦਾ ਆਨਸਰ ਆਊਗਾ। ਪਰ ਜੇ ਤੁਹਾਨੂੰ ਪੇਪਰ 'ਚ ਆ ਜੇ ਸੰਵਿਧਾਨ ਸਭਾ ਦਾ ਪਹਿਲਾ ਸਥਾਈ ਪ੍ਰਧਾਨ ਕੌਣ ਸੀ? ਸਥਾਈ ਮੀਨਿੰਗ ਪੱਕਾ, ਸਥਾਈ ਪ੍ਰਧਾਨ, ਤਾਂ ਉਹ ਫਿਰ ਆਨਸਰ ਕੀ ਆਏਗਾ? ਡਾਕਟਰ ਰਜਿੰਦਰ ਪ੍ਰਸਾਦ। ਫਿਰ ਆਨਸਰ ਕੀ ਆਏਗਾ? ਡਾਕਟਰ ਰਜਿੰਦਰ ਪ੍ਰਸਾਦ ਕੀ ਸੀਗੇ? ਪਹਿਲੇ ਸਥਾਈ ਪ੍ਰਧਾਨ ਸੀ। ਅਤੇ ਇਹ ਵੀ ਯਾਦ ਰੱਖਿਓ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ ਜਿਹੜਾ ਸਥਾਈ ਪ੍ਰਧਾਨ ਕਦੋਂ ਬਣਾ ਲਿਆ ਗਿਆ ਸੀਗਾ? ਜਮ੍ਹਾਂ ਸੀ 2 ਦਿਨਾਂ ਬਾਅਦ। 9 ਦਸੰਬਰ ਨੂੰ ਬਣਾਇਆ ਸੀ ਡਾਕਟਰ ਸਚੀਦਾਨੰਦ ਸਿਨਹਾ ਜੀ ਨੂੰ ਅਸਥਾਈ ਪ੍ਰਧਾਨ। 11 ਦਸੰਬਰ ਨੂੰ, ਯਾਨੀ ਕਿ ਸਿਰਫ 2 ਦਿਨਾਂ ਬਾਅਦ, ਠੀਕ ਹੈ, 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਜੀਆਂ ਨੂੰ ਕੀ ਕੀਤਾ ਸੀਗਾ? ਸੰਵਿਧਾਨ ਸਭਾ ਦਾ ਜਿਹੜਾ ਸਥਾਈ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਸੀ, ਠੀਕ ਹੈ ਜੀ। ਅੱਗੇ ਕਰਦੇ ਹਾਂ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਖਰੜਾ ਕਮੇਟੀ, ਜਿਹੜੀ ਡਰਾਫਟਿੰਗ ਕਮੇਟੀ ਵਿੱਚ ਕੁੱਲ ਕਿੰਨੇ ਮੈਂਬਰ ਸੀ? ਤੁਹਾਨੂੰ ਦੱਸਿਆ ਹੁਣੇ ਵੀ ਜਿਹੜੀ ਖਰੜਾ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ ਕਿੰਨੀਆਂ ਕਮੇਟੀਆਂ ਬਣਾਈਆਂ ਗਈਆਂ ਸੀਗੀਆਂ? 13। ਕੁੱਲ ਕਿੰਨੀਆਂ ਕਮੇਟੀਆਂ ਸੀਗੀਆਂ? 13।
ਉਹਨਾਂ ਵਿੱਚੋਂ ਸਭ ਤੋਂ ਮੇਨ ਕਿਹੜੀ ਸੀਗੀ? ਡਰਾਫਟਿੰਗ ਕਮੇਟੀ। ਵੇਖੋ ਡਰਾਫਟਿੰਗ ਕਮੇਟੀ ਵਿੱਚ ਕੁੱਲ ਕਿੰਨੇ ਮੈਂਬਰ ਸੀਗੇ? 7। ਇਹ ਯਾਦ ਰੱਖਣਾ, ਕੁੱਲ ਕਿੰਨੇ ਮੈਂਬਰ ਸੀਗੇ? 7। ਤੇ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ? ਤੁਹਾਨੂੰ ਹੁਣੇ ਦੱਸਿਆ, ਡਾਕਟਰ BR ਅੰਬੇਦਕਰ। ਡਾਕਟਰ BR ਅੰਬੇਦਕਰ ਜੀ ਇਹਦੇ ਕੀ ਸੀਗੇ? ਚੇਅਰਮੈਨ। ਠੀਕ ਹੈ ਜੀ। ਤੇ ਡਾਕਟਰ BR ਅੰਬੇਦਕਰ ਜੀ ਨੂੰ ਹੀ ਕੀ ਕਿਹਾ ਜਾਂਦਾ? ਭਾਰਤੀ ਸੰਵਿਧਾਨ ਦਾ ਪਿਤਾਮਾ। ਅਗਲਾ, ਭਾਰਤੀ ਸੰਵਿਧਾਨ ਕਦੋਂ ਤਿਆਰ ਹੋਇਆ? ਤੁਹਾਨੂੰ ਹੁਣੇ ਦੱਸਿਆ ਹੈਗਾ ਵੀ ਜਿਹੜਾ ਸੰਵਿਧਾਨ ਸਭਾ ਹੈ ਉਹਨਾਂ ਨੇ ਭਾਰਤੀ ਸੰਵਿਧਾਨ ਨੂੰ ਜਿਹੜਾ ਤਿਆਰ ਕਦੋਂ ਕਰ ਲਿਆ ਸੀਗਾ? 26 ਨਵੰਬਰ 1949 ਨੂੰ। ਭਾਰਤੀ ਸੰਵਿਧਾਨ ਨੂੰ ਕਦੋਂ ਤਿਆਰ ਕਰ ਲਿਆ ਸੀਗਾ? 26 ਨਵੰਬਰ 1949 ਨੂੰ। ਪਰੰਤੂ ਵੇਖੋ 26 ਨਵੰਬਰ 1949 ਨੂੰ ਤਾਂ ਕੀ ਹੋ ਗਿਆ ਸੀ? ਇਹ ਤਿਆਰ ਹੋ ਗਿਆ ਸੀ, ਪਰ ਇਹ ਲਾਗੂ ਕਦੋਂ ਹੋਇਆ ਇਹ ਵੀ ਯਾਦ ਰੱਖਣਾ ਹੈ। ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ। 2 ਮਹੀਨਿਆਂ ਤੋਂ ਬਾਅਦ, 2 ਮਹੀਨਿਆਂ ਬਾਅਦ ਇਹਨੂੰ ਲਾਗੂ ਕੀਤਾ ਗਿਆ ਸੀ। ਵੇਖੋ ਹੁਣ ਇੱਥੇ ਕੁਐਸਚਨ ਆਉਂਦਾ ਵੀ ਜਦੋਂ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਤਿਆਰ ਹੋ ਗਿਆ ਸੀਗਾ ਤਾਂ ਇਹ 1950 2 ਮਹੀਨਿਆਂ ਬਾਅਦ ਕਿਉਂ ਲਾਗੂ ਕੀਤਾ ਗਿਆ? ਇਹਦਾ ਇੱਕ ਰੀਜ਼ਨ ਸੀਗਾ, ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ, ਯਾਦ ਰੱਖਿਓ। 26 ਜਨਵਰੀ 1930 ਨੂੰ 26 ਜਨਵਰੀ 1930 ਨੂੰ ਜਿਹੜੇ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਸ਼੍ਰੀ ਜਵਾਹਰ ਲਾਲ ਨਹਿਰੂ ਜੀ, ਦੇਸ਼ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਜੀ, ਠੀਕ ਹੈ, ਉਹਨਾਂ ਵੱਲੋਂ ਕੀ ਕੀਤਾ ਗਿਆ ਸੀਗਾ? ਪੂਰਨ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦਾ ਫੈਸਲਾ ਕੀਤਾ ਗਿਆ ਸੀਗਾ, ਨਿਸ਼ਚੈ ਪ੍ਰਣ ਲਿਆ ਗਿਆ ਸੀਗਾ ਜਵਾਹਰ ਲਾਲ ਨਹਿਰੂ ਜੀ ਵੱਲੋਂ। ਠੀਕ ਹੈ, ਤੇ ਉਹਨਾਂ ਦੇ ਸਾਥੀਆਂ ਵੱਲੋਂ 1930 ਨੂੰ 26 ਜਨਵਰੀ 1930 ਨੂੰ ਲਾਹੌਰ ਵਿਖੇ ਇੱਕ ਸੰਮੇਲਨ ਕੀਤਾ ਗਿਆ ਸੀ, ਜਿਹਦੇ ਵਿੱਚ ਭਾਰਤ ਨੂੰ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਹੈਗਾ ਉਹ ਤੋਂ ਆਜ਼ਾਦ ਕਰਾਉਣ ਦਾ ਕੀ ਕੀਤਾ ਗਿਆ ਸੀ? ਪ੍ਰਣ ਕੀਤਾ ਗਿਆ ਸੀ 26 ਜਨਵਰੀ ਨੂੰ। ਇਸੇ ਕਰਕੇ ਇਸੇ ਤਰੀਕ ਨੂੰ ਯਾਦਗਾਰੀ ਬਣਾਉਣ ਲਈ 26 ਜਨਵਰੀ ਜਿਹੜੀ ਤਰੀਕ ਹੈ ਉਹਨੂੰ ਯਾਦਗਾਰੀ ਬਣਾਉਣ ਦੇ ਲਈ ਜਿਹੜਾ ਭਾਰਤੀ ਸੰਵਿਧਾਨ ਹੈਗਾ ਕਦੋਂ ਲਾਗੂ ਕੀਤਾ ਗਿਆ? 26 ਜਨਵਰੀ ਨੂੰ। ਯਾਨੀ ਕਿ 26 ਨਵੰਬਰ 1949 ਤੋਂ ਬਾਅਦ 26 ਜਨਵਰੀ 1950 ਨੂੰ ਇਹ ਲਾਗੂ ਕਰ ਦਿੱਤਾ ਗਿਆ, ਤਾਂ ਜੋ ਕਿ 1930 ਦਾ ਜਿਹੜਾ ਸੰਮੇਲਨ ਹੋਇਆ ਸੀ ਉਹਦਾ ਪ੍ਰਣ ਕੀਤਾ ਗਿਆ ਸੀਗਾ, ਉਹਦੀ ਯਾਦਗਾਰ ਬਣੀ ਰਹੇ। ਠੀਕ ਹੈ ਜੀ। ਅਗਲਾ, ਸੰਵਿਧਾਨ ਸਭਾ ਜਿਹੜੀ ਕੰਸਟੀਚੂਐਂਟ ਅਸੈਂਬਲੀ ਹੈ ਉਹਦਾ ਪਹਿਲਾ ਸਥਾਈ ਪ੍ਰਧਾਨ ਕੌਣ ਸੀ? ਤੁਹਾਨੂੰ ਮੈਂ ਹੁਣੇ ਦੱਸਿਆ ਵੀ ਜਿਹੜੀ ਇਹਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? 9 ਦਸੰਬਰ ਨੂੰ ਹੋਈ ਸੀ, 9 ਦਸੰਬਰ 1946 ਨੂੰ ਹੋਈ ਸੀ। ਉਦੋਂ ਇੱਕ ਪਹਿਲਾਂ ਕੀ ਕੀਤਾ ਗਿਆ? ਅਸਥਾਈ ਪ੍ਰਧਾਨ ਬਣਾਇਆ ਗਿਆ। ਅਸਥਾਈ ਦਾ ਮੀਨਿੰਗ ਟੈਂਪਰੇਰੀ ਪ੍ਰਧਾਨ ਕਿਹਨੂੰ ਬਣਾਇਆ ਗਿਆ ਸੀ? ਡਾਕਟਰ ਸਚਿਦਾਨੰਦ ਸਿਨਹਾ ਜੀ ਨੂੰ। ਪਰੰਤੂ 2 ਦਿਨਾਂ ਬਾਅਦ ਹੀ, ਯਾਨੀ ਕਿ 11 ਦਸੰਬਰ 1949 ਨੂੰ, ਠੀਕ ਹੈ, ਪੱਕਾ ਪ੍ਰਧਾਨ ਜਿਹੜਾ ਹੈਗਾ ਵੀ ਪ੍ਰਧਾਨ ਚੁਣਿਆ ਗਿਆ ਸੀਗਾ ਸਥਾਈ। ਉਹਨਾਂ ਨੂੰ ਕੀ ਬੋਲਿਆ ਜਾਂਦਾ? ਪੱਕੇ ਪ੍ਰਧਾਨ ਨੂੰ ਸਥਾਈ ਪ੍ਰਧਾਨ ਕਿਹਨੂੰ ਚੁਣਿਆ ਗਿਆ ਸੀ? ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ। ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ। ਠੀਕ ਹੈ, ਪਹਿਲਾ ਸਥਾਈ ਪ੍ਰਧਾਨ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ। ਤੁਸੀਂ ਇਹ ਵੀ ਯਾਦ ਰੱਖਿਓ, ਡਾਕਟਰ ਜਿਹੜੇ ਰਜਿੰਦਰ ਪ੍ਰਸਾਦ ਹੈ ਉਹ ਆਪਣੇ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਵੀ ਸੀਗੇ। ਡਾਕਟਰ ਰਜਿੰਦਰ ਪ੍ਰਸਾਦ ਜੀ ਕੀ ਹੈ? ਦੇਸ਼ ਦੇ ਪਹਿਲੇ ਰਾਸ਼ਟਰਪਤੀ ਵੀ ਡਾਕਟਰ ਰਜਿੰਦਰ ਪ੍ਰਸਾਦ ਜੀ। ਠੀਕ ਹੈ ਜੀ। ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ? ਤੁਹਾਨੂੰ ਹੁਣੇ ਦੱਸਿਆ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ? ਡਾਕਟਰ BR ਅੰਬੇਦਕਰ ਜੀ ਨੂੰ। ਡਾਕਟਰ BR ਅੰਬੇਦਕਰ ਜੀ ਨੂੰ। ਇਹ ਕੀ ਸੀਗੇ? ਡਰਾਫਟਿੰਗ ਕਮੇਟੀ ਦੇ ਚੇਅਰਮੈਨ। ਕੀ ਸੀ ਇਹ? ਜਿਹੜੀ ਸੰਵਿਧਾਨ ਲਿਖਣ ਲਈ ਜਿਹੜੀ ਡਰਾਫਟਿੰਗ ਕਮੇਟੀ ਸੀ, ਖਰੜਾ ਕਮੇਟੀ, ਜਿਹੜੀ ਖਰੜਾ ਕਮੇਟੀ ਬਣਾਈ ਗਈ ਸੀ, 13 ਕਮੇਟੀਆਂ ਸੀ ਨਾ, 13 ਕਮੇਟੀਆਂ 'ਚੋਂ ਇੱਕ ਕਮੇਟੀ ਕਿਹੜੀ ਸੀ? ਖਰੜਾ ਕਮੇਟੀ। ਉਹਦੇ ਕੀ ਸੀ ਇਹ? ਚੇਅਰਮੈਨ। ਠੀਕ ਹੈ, ਇਹਨੂੰ ਕੀ ਕਿਹਾ ਜਾਂਦਾ? ਭਾਰਤੀ ਸੰਵਿਧਾਨ ਦਾ ਪਿਤਾਮਾ। ਅਗਲਾ, ਭਾਰਤੀ ਸੰਸਦ ਦੀਆਂ 2 ਬੈਠਕਾਂ, ਜਿਹੜੇ 2 ਸੈਸ਼ਨ ਹੁੰਦੇ ਆ, ਵੇਖੋ ਆਪਾਂ ਸੈਸ਼ਨ ਸੁਣਦੇ ਹਾਂ, ਬਜਟ ਸੈਸ਼ਨ ਹੈ ਨਾ, ਮਾਨਸੂਨ ਸੈਸ਼ਨ, ਵਿੰਟਰ ਸੈਸ਼ਨ, ਵਿੱਚ ਕਹਿੰਦੇ ਵੱਧ ਤੋਂ ਵੱਧ ਕਿੰਨਾ ਇੰਟਰਵੈਲ ਹੋ ਸਕਦਾ? ਕਿੰਨਾ ਇੰਟਰਵੈਲ ਮੀਨਿੰਗ ਵੀ ਕਿੰਨਾ ਗੈਪ ਹੋ ਸਕਦਾ? 2 ਸੈਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਕਿੰਨਾ ਗੈਪ ਹੋ ਸਕਦਾ ਵੀ? ਠੀਕ ਹੈ, ਪਹਿਲਾਂ ਤਾਂ ਵੇਖੋ ਭਾਰਤੀ ਸੰਸਦ ਦੀਆਂ ਕਿੰਨੇ ਸੈਸ਼ਨ ਹੁੰਦੇ ਆ? ਵੇਖੋ ਕਿੰਨੇ ਸੈਸ਼ਨ ਹੁੰਦੇ ਆ ਸੰਸਦ ਦੇ ਵਿੱਚ, ਯਾਦ ਰੱਖਣਾ 3। ਕਿੰਨੇ ਹੁੰਦੇ ਆ? 3 ਸੈਸ਼ਨ ਹੁੰਦੇ ਟੋਟਲ, 3। ਠੀਕ ਹੈ, ਇੱਕ ਤਾਂ ਹੁੰਦਾ ਬਜਟ ਸੈਸ਼ਨ, ਬਜਟ ਸੈਸ਼ਨ ਯਾਦ ਰੱਖਿਓ। ਮਾਨਸੂਨ ਸੈਸ਼ਨ ਹੁੰਦਾ, ਠੀਕ ਹੈ, ਬਜਟ, ਮਾਨਸੂਨ ਤੇ ਵਿੰਟਰ ਸੈਸ਼ਨ। ਬਜਟ, ਮਾਨਸੂਨ ਤੇ ਵਿੰਟਰ 3 ਸੈਸ਼ਨ ਹੁੰਦੇ। ਇੱਕ ਬਜਟ ਸੈਸ਼ਨ ਹੈ, ਮਾਨਸੂਨ ਸੈਸ਼ਨ ਹੈ ਤੇ ਵਿੰਟਰ ਸੈਸ਼ਨ ਹੁੰਦੇ ਆ ਭਾਰਤੀ ਸੰਸਦ ਦੇ ਵਿੱਚ। 2 ਜਿਹੜੇ ਸੈਸ਼ਨ ਹੈ ਉਹਦੇ ਵਿੱਚ ਵੱਧ ਤੋਂ ਵੱਧ ਕਿੰਨਾ ਗੈਪ ਹੋ ਸਕਦਾ? 6 ਮਹੀਨੇ। ਇਹ ਯਾਦ ਰੱਖਿਓ, ਕਿੰਨਾ ਗੈਪ ਹੋ ਸਕਦਾ? 6 ਮਹੀਨੇ। 6 ਮਹੀਨਿਆਂ ਤੋਂ ਬਾਅਦ ਯਾਨੀ ਕਿ ਸੈਸ਼ਨ ਬੁਲਾਉਣਾ ਜ਼ਰੂਰੀ ਹੈ, ਇਹ ਤੁਸੀਂ ਯਾਦ ਰੱਖਣਾ। ਵੱਧ ਤੋਂ ਵੱਧ ਗੈਪ 6 ਮਹੀਨੇ ਦਾ ਹੋ ਸਕਦਾ। ਠੀਕ ਹੈ ਜੀ, ਅੱਗੇ ਕਰਦੇ ਹਾਂ। ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ?
ਤੁਹਾਨੂੰ ਹੁਣੇ ਦੱਸਿਆ ਵੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ ਜੀ, ਡਾਕਟਰ ਰਜਿੰਦਰ ਪ੍ਰਸਾਦ ਜੀ। ਤੇ ਡਾਕਟਰ ਰਜਿੰਦਰ ਪ੍ਰਸਾਦ ਜੀ ਕੀ ਸੀਗੇ? ਜਿਹੜਾ ਸੰਵਿਧਾਨ ਬਣਿਆ ਆਪਣੇ ਦੇਸ਼ ਦਾ, ਉਹਦੇ ਪਹਿਲੇ ਕੀ ਸੀਗੇ? ਸਥਾਈ, ਠੀਕ ਹੈ, ਉਹਦੇ ਪਹਿਲੇ ਸਥਾਈ ਪ੍ਰਧਾਨ ਵੀ ਡਾਕਟਰ ਰਜਿੰਦਰ ਪ੍ਰਸਾਦ ਜੀ ਸਨ। ਇੱਕ ਗੱਲ ਹੋਰ ਯਾਦ ਰੱਖਿਓ, ਆਮ ਤੌਰ 'ਤੇ ਨਾ ਪੇਪਰ 'ਚ ਪੁੱਛਿਆ ਜਾਂਦਾ ਵੀ ਭਾਰਤ ਦੇ ਜਿਹੜਾ ਸੰਵਿਧਾਨ ਸਭਾ ਦੇ ਜਿਹੜੇ ਪ੍ਰਧਾਨ ਪਹਿਲੇ ਕੌਣ ਸੀਗੇ? ਪਹਿਲੇ ਪ੍ਰਧਾਨ ਕੌਣ ਸੀਗੇ? ਡਾਕਟਰ ਸਚਿਦਾਨੰਦ ਸਿਨਹਾ ਜੀ, ਪਰ ਇਹ ਅਸਥਾਈ ਸੀ। ਜੇ ਡਾਕਟਰ ਸਚਿਦਾਨੰਦ ਸਿਨਹਾ ਜੀ ਆਪਸ਼ਨ 'ਚ ਨਾ ਹੋਵੇ ਫਿਰ ਡਾਕਟਰ ਰਜਿੰਦਰ ਪ੍ਰਸਾਦ ਜੀ ਹੀ ਨੂੰ ਹੀ ਟਿਕ ਕਰਨਾ, ਕਿਉਂਕਿ ਇਟ ਮੀਨਜ਼ ਹੈ ਵੀ ਉਹਨਾਂ ਨੇ ਫਿਰ ਸਥਾਈ ਪ੍ਰਧਾਨ ਹੀ ਪੁੱਛਿਆ। ਠੀਕ ਹੈ ਜੀ, ਡਾਕਟਰ ਸਚਿਦਾਨੰਦ ਸਿਨਹਾ ਜੀ ਹੋਣ ਤਾਂ ਫਿਰ ਸੰਵਿਧਾਨ ਸਭਾ ਦੇ ਪਹਿਲੇ ਜਿਹੜੇ ਹੈਗੇ ਆ ਪ੍ਰਧਾਨ ਡਾਕਟਰ ਸਚਿਦਾਨੰਦ ਸਿਨਹਾ ਜੀ ਆਵੇਗਾ। ਜੇ ਡਾਕਟਰ ਸਚਿਦਾਨੰਦ ਸਿਨਹਾ ਜੀ ਆਪਸ਼ਨ 'ਚ ਨਹੀਂ ਹੈਗਾ ਤਾਂ ਫਿਰ ਡਾਕਟਰ ਰਜਿੰਦਰ ਪ੍ਰਸਾਦ ਜੀ ਹੀ ਸੰਵਿਧਾਨ ਸਭਾ ਦੇ ਪਹਿਲੇ ਪ੍ਰਧਾਨ ਨੂੰ ਟਿਕ ਕਰਨਾ। ਇਹ ਡਾਕਟਰ ਰਜਿੰਦਰ ਪ੍ਰਸਾਦ ਜੀ ਪਹਿਲੇ ਕੀ ਸੀਗੇ? ਰਾਸ਼ਟਰਪਤੀ। ਇਹ ਵੀ ਯਾਦ ਰੱਖਿਓ, ਜਿਹੜੇ ਜਵਾਹਰ ਲਾਲ ਨਹਿਰੂ ਜੀ ਹੈ, ਜਵਾਹਰ ਲਾਲ ਨਹਿਰੂ ਜੀ ਕੀ ਸੀਗੇ? ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ। ਜਵਾਹਰ ਲਾਲ ਨਹਿਰੂ ਜੀ ਕੀ ਸੀ? ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ। ਠੀਕ ਹੈ ਜੀ। ਅਗਲਾ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ ਸੰਵਿਧਾਨ ਸਭਾ ਦਾ ਗਠਨ ਕਦੋਂ ਹੋਇਆ? ਤੁਹਾਨੂੰ ਦੱਸਿਆ ਵੀ ਜਿਹੜਾ ਸੰਵਿਧਾਨ ਸਭਾ ਦਾ ਗਠਨ ਕਦੋਂ ਹੋਇਆ ਸੀ? 1946 ਨੂੰ। ਕਦੋਂ ਹੋਇਆ ਸੀ? 1946 ਨੂੰ। ਇਹ ਯਾਦ ਰੱਖਿਓ, ਭਾਰਤੀ ਸੰਵਿਧਾਨ ਨੂੰ ਨਾ ਤਿਆਰ ਕਰਨ ਲਈ ਬਣਾਇਆ ਗਿਆ ਸੀ ਕੈਬਨਿਟ ਮਿਸ਼ਨ। ਕੈਬਨਿਟ ਮਿਸ਼ਨ, ਠੀਕ ਹੈ, ਕੈਬਨਿਟ ਮਿਸ਼ਨ ਨੇ ਕੀ ਬਣਾਈ? ਸੰਵਿਧਾਨ ਸਭਾ। ਇਹ ਯਾਦ ਰੱਖਣਾ ਹੈ, ਕੈਬਨਿਟ ਮਿਸ਼ਨ ਨੇ ਕੀ ਬਣਾਈ ਸੀਗੀ? ਸੰਵਿਧਾਨ ਸਭਾ। ਫਿਰ ਸੰਵਿਧਾਨ ਸਭਾ ਵਿੱਚ ਕਿੰਨੀਆਂ ਕਮੇਟੀਆਂ ਬਣੀਆਂ? 13 ਕਮੇਟੀਆਂ। ਇਹ ਤੁਹਾਨੂੰ ਪੇਪਰ 'ਚ ਪੁੱਛਿਆ ਵੀ ਜਿਹੜੀ ਸੰਵਿਧਾਨ ਸਭਾ ਕਿਹਦੇ ਅੰਡਰ ਬਣੀ ਸੀਗੀ? ਕੈਬਨਿਟ ਮਿਸ਼ਨ ਦੇ ਅੰਡਰ। ਕਿਹਦੇ ਅੰਡਰ ਬਣੀ ਸੀ? ਕੈਬਨਿਟ ਮਿਸ਼ਨ ਦੇ ਅੰਡਰ ਬਣੀ ਸੀ। ਠੀਕ ਹੈ ਜੀ। ਅਗਲਾ, ਸੰਸਾਰ ਵਿੱਚ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਕਿਸ ਦੇਸ਼ ਦਾ? ਸੰਸਾਰ ਵਿੱਚ ਵੇਖੋ, ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਸਭ ਤੋਂ ਵੱਡਾ ਜਿਹੜਾ ਲਿਖਤੀ ਸੰਵਿਧਾਨ ਕਿਹੜੇ ਦੇਸ਼ ਦਾ? ਆਪਣੇ ਇੰਡੀਆ ਦਾ ਹੀ ਹੈ। ਇਹਦਾ ਆਪਸ਼ਨ ਡੀ ਕੀ ਆਊਗਾ? ਭਾਰਤ ਆਨਸਰ। ਠੀਕ ਹੈ ਜੀ। ਇੱਕ ਗੱਲ ਹੁਣ ਆ ਵੇਖੋ, ਕੁਐਸਚਨ ਬੜਾ ਇੰਪੋਰਟੈਂਟ ਹੈ। ਭਾਰਤੀ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਸਮਾਜਵਾਦੀ, ਸੋਸ਼ਲਿਸਟ, ਠੀਕ ਹੈ, ਧਰਮ ਨਿਰਪੱਖ, ਸੈਕੂਲਰ ਅਤੇ ਅਖੰਡਤਾ, ਇੰਟੈਗ੍ਰਿਟੀ ਜਿਹੜੇ ਸ਼ਬਦ ਹੈ ਕਦੋਂ ਸ਼ਾਮਿਲ ਕੀਤੇ ਗਏ? ਵੇਖੋ, ਜਦੋਂ ਭਾਰਤੀ ਸੰਵਿਧਾਨ ਬਣਿਆ, ਤੁਹਾਨੂੰ ਦੱਸਿਆ ਸੀਗਾ 26 ਨਵੰਬਰ 19 ਜਿਹੜਾ ਸੰਵਿਧਾਨ ਸਭਾ ਨੇ ਬਣਾਇਆ ਸੀਗਾ 26 ਨਵੰਬਰ 1949 ਨੂੰ, ਜਿਹੜਾ ਆਪਣੇ ਲਾਗੂ ਹੋਇਆ 26 ਜਨਵਰੀ 1950 ਨੂੰ। ਉਦੋਂ ਆਹ ਸ਼ਬਦ ਨਹੀਂ ਹੈਗੇ ਸੀਗੇ ਸੰਵਿਧਾਨ ਵਿੱਚ, ਨਾ ਸਮਾਜਵਾਦੀ ਸ਼ਬਦ ਸੀ, ਨਾ ਧਰਮ ਨਿਰਪੱਖ, ਨਾ ਅਖੰਡਤਾ। ਇਹ ਕੀ ਹੈ? ਭਾਰਤੀ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਟਾਈਮ ਟੂ ਟਾਈਮ ਆਪਾਂ ਬਦਲਾਅ ਕੀਤੇ ਜਾ ਸਕਦੇ ਹੈ, ਉਹਨੂੰ ਬਦਲਿਆ ਜਾ ਸਕਦਾ ਹੈਗਾ। ਬਦਲਣ ਨੂੰ ਕੀ ਬੋਲਦੇ ਨੇ? ਅਮੈਂਡਮੈਂਟ। ਉਹਨੂੰ ਕੀ ਬੋਲਿਆ ਜਾਂਦਾ? ਅਮੈਂਡਮੈਂਟਸ। ਇਹਦੇ ਵਿੱਚ ਭਾਰਤੀ ਸੰਵਿਧਾਨ ਵਿੱਚ ਜੇ ਕੋਈ ਬਦਲਾਵ ਕਰਨਾ ਹੋਵੇ ਤਾਂ ਸੰਸਦ ਕੋਲ ਅਧਿਕਾਰ ਹੈ ਵੀ ਉਹਦੇ ਵਿੱਚ ਕੀ ਕਰ ਸਕਦੀ ਹੈਗੀ ਹੈ? ਅਮੈਂਡਮੈਂਟ। ਠੀਕ ਹੈ। ਫਿਰ ਤੁਸੀਂ ਇੱਕ ਗੱਲ ਯਾਦ ਰੱਖਿਓ, 42ਵੀਂ ਅਮੈਂਡਮੈਂਟ ਹੋਈ ਸੀ। ਕਿੰਨਵੀਂ ਅਮੈਂਡਮੈਂਟ? 42ਵੀਂ ਅਮੈਂਡਮੈਂਟ ਹੋਈ ਸੀ 1976 ਨੂੰ। ਕਦੋਂ ਹੋਈ ਸੀ? 1976 ਨੂੰ। ਜਦੋਂ 42ਵੀਂ ਅਮੈਂਡਮੈਂਟ ਹੋਈ ਤਾਂ ਉਹਦੇ ਵਿੱਚ ਜਿਹੜਾ ਸਮਾਜਵਾਦੀ ਸ਼ਬਦ, ਧਰਮ ਨਿਰਪੱਖ ਸ਼ਬਦ ਅਤੇ ਅਖੰਡਤਾ ਸ਼ਬਦ ਨੂੰ ਜੋੜਿਆ ਗਿਆ। ਇਹ ਯਾਦ ਰੱਖਣਾ, ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਇਹਨੂੰ ਮਿੰਨੀ ਸੰਵਿਧਾਨ ਵੀ ਆਖਿਆ ਜਾਂਦਾ। ਜਿਹੜੀ 42ਵੀਂ ਅਮੈਂਡਮੈਂਟ ਹੈਗੀ ਹੈ ਉਹਨੂੰ ਕੀ ਆਖਿਆ ਜਾਂਦਾ ਹੈਗਾ? ਦੇਸ਼ ਦਾ ਮਿੰਨੀ ਸੰਵਿਧਾਨ। ਕੀ ਬੋਲਿਆ ਜਾਂਦਾ? ਦੇਸ਼ ਦਾ ਮਿੰਨੀ ਸੰਵਿਧਾਨ। ਠੀਕ ਹੈ ਜੀ। ਅਗਲਾ ਕਰਦੇ ਹੈਗੇ ਆ, ਮੂਲ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਹਨ? ਜਿਹੜਾ ਵੇਖੋ, ਮੂਲ ਸੰਵਿਧਾਨ ਦਾ ਮੀਨਿੰਗ ਹੈ ਜਦੋਂ ਸੰਵਿਧਾਨ ਬਣਿਆ ਉਦੋਂ ਕੁੱਲ ਕਿੰਨੀਆਂ ਅਨੁਸੂਚੀਆਂ? ਵੇਖੋ, ਜਦੋਂ ਸੰਵਿਧਾਨ ਬਣਿਆ ਤਾਂ ਸੰਵਿਧਾਨ ਨੂੰ 22 ਤਾਂ ਭਾਗਾਂ ਵਿੱਚ ਵੰਡਿਆ ਗਿਆ। ਕਿੰਨੇ ਭਾਗ ਹੈ ਸੰਵਿਧਾਨ ਦੇ? 22 ਭਾਗ ਹੈ, ਯਾਦ ਰੱਖਣਾ। 22 ਭਾਗ ਸੀ। 8 ਕੀ ਸੀਗੇ? ਸ਼ਡਿਊਲ ਸੀ, ਅਨੁਸੂਚੀਆਂ। ਕੀ ਬੋਲੇ ਜਾਂਦੇ ਇਹਨੂੰ? ਅਨੁਸੂਚੀਆਂ। ਠੀਕ ਹੈ। ਅਤੇ 395 ਕੀ ਸੀ? ਇਹਦੇ ਆਰਟੀਕਲ ਅਤੇ ਅਨੁਛੇਦ। ਕੀ ਬੋਲਦੇ ਨੇ? ਅਨੁਛੇਦ। ਕਿੰਨੇ ਪਾਰਟ ਸੀਗੇ? 22। 22 ਤਾਂ ਇਹਦੇ ਭਾਗ ਬਣੇ ਹੋਏ ਹੈ। ਉਹਦੇ ਵਿੱਚ ਫਿਰ ਗਾਂ 8 ਅਨੁਸੂਚੀਆਂ ਬਣੀਆਂ ਹੋਈਆਂ। ਆਰਟੀਕਲ ਕਿੰਨੇ ਸੀ ਮੂਲ ਦੇ ਵਿੱਚ? 395। ਠੀਕ ਹੈ। ਇਹਨੇ ਅਨੁਸੂਚੀਆਂ ਪੁੱਛਿਆ ਕਿੰਨੀਆਂ ਹੋਣਗੀਆਂ? 8। ਕਿੰਨੀਆਂ ਹੋਣਗੀਆਂ? 8। ਦੋਸਤੋ, ਤੁਸੀਂ ਕਮੈਂਟ ਬਾਕਸ 'ਚ ਦੱਸਣਾ ਵੀ ਹੁਣ ਕਿੰਨੇ ਭਾਗ ਹੈ। ਇਹ ਸੀਗੇ ਮੂਲ। ਮੂਲ ਦਾ ਮੀਨਿੰਗ ਹੈ ਜਦੋਂ ਸੰਵਿਧਾਨ ਬਣਿਆ ਉਦੋਂ ਦੀ ਗੱਲ ਕੀਤੀ ਹੈ, ਉਦੋਂ 8 ਅਨੁਸੂਚੀਆਂ ਸੀਗੀਆਂ। ਤੁਸੀਂ ਹੁਣ ਕਮੈਂਟ ਬਾਕਸ 'ਚ ਦੱਸਣਾ ਵੀ ਹੁਣ ਕਿੰਨੀਆਂ ਅਨੁਸੂਚੀਆਂ ਹੋ ਗਈਆਂ। ਵੇਖੋ, ਤੁਹਾਨੂੰ ਕਿਹਾ ਵੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਅਮੈਂਡਮੈਂਟ ਕਰਕੇ ਹੁਣ ਕਿੰਨੀਆਂ ਅਨੁਸੂਚੀਆਂ, ਕਿੰਨੇ ਭਾਗ ਹੈ, ਕਿੰਨੇ ਅਨੁਛੇਦ ਹੈ, ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ। ਠੀਕ ਹੈ ਜੀ। ਅਗਲਾ,
ਮੂਲ ਸੰਵਿਧਾਨ ਦੁਆਰਾ, ਜਿਹੜਾ ਮੂਲ ਸੰਵਿਧਾਨ ਮੀਨ ਜਦੋਂ ਸੰਵਿਧਾਨ ਬਣਿਆ ਉਹਦੀ ਗੱਲ ਕਰ ਰਿਹਾ, ਮੂਲ ਸੰਵਿਧਾਨ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਨੇ। ਉਹ ਇਹ ਪੁੱਛਿਆ ਹੈਗਾ ਵੀ ਜਿਹੜਾ ਮੂਲ ਸੰਵਿਧਾਨ ਹੈਗਾ ਕਿੰਨੇ ਮੌਲਿਕ ਜਿਹੜੇ ਹੈਗੇ ਆਪਾਂ ਨੂੰ ਅਧਿਕਾਰ ਦਿੱਤੇ ਗਏ ਆ। ਅਧਿਕਾਰ ਮੀਨਿੰਗ ਫੰਡਾਮੈਂਟਲ ਰਾਈਟ, ਫੰਡਾਮੈਂਟਲ ਰਾਈਟ ਕਿੰਨੇ ਮਿਲੇ ਹੋਏ ਆ। ਵੇਖੋ ਜਦੋਂ ਸੰਵਿਧਾਨ ਬਣਿਆ, ਇਹ ਯਾਦ ਰੱਖਿਓ, ਉਦੋਂ ਆਪਾਂ ਨੂੰ 7 ਮੌਲਿਕ ਅਧਿਕਾਰ ਪ੍ਰਾਪਤ ਸੀਗੇ। ਕਿੰਨੇ ਮੌਲਿਕ ਅਧਿਕਾਰ ਪ੍ਰਾਪਤ ਸੀਗੇ? 7। ਠੀਕ ਹੈ, ਜਿਵੇਂ ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ, ਰਾਈਟ ਟੂ ਫਰੀडम, ਆਜ਼ਾਦੀ ਦਾ ਅਧਿਕਾਰ, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਠੀਕ ਹੈ, ਅਤੇ ਰਾਈਟ ਟੂ ਫਰੀडम ਆਫ ਰਿਲੀਜਨ, ਧਰਮ, ਕੋਈ ਵੀ ਧਰਮ ਮੰਨਣ ਦਾ ਅਧਿਕਾਰ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਰਾਈਟ ਟੂ ਕੰਸਟੀਟਿਊਸ਼ਨਲ ਰੈਮੀਡੀਜ਼। ਇੱਕ ਸੀਗਾ ਰਾਈਟ ਟੂ ਪ੍ਰੋਪਰਟੀ, ਜਿਹੜਾ 7ਵਾਂ ਸੀਗਾ, ਇਹ ਯਾਦ ਰੱਖਿਓ। ਇੱਕ ਆਪਾਂ ਨੂੰ ਰਾਈਟ ਟੂ ਕੀ ਸੀਗਾ? ਪ੍ਰੋਪਰਟੀ। ਇਹ ਵੀ ਆਪਣਾ ਪਹਿਲਾਂ ਫੰਡਾਮੈਂਟਲ ਰਾਈਟ ਸੀਗਾ, ਪਰੰਤੂ ਜਦੋਂ 44ਵੀਂ ਅਮੈਂਡਮੈਂਟ ਹੋਈ, ਕਿੰਨਵੀਂ ਅਮੈਂਡਮੈਂਟ ਹੋਈ? 44ਵੀਂ। ਇਹ ਯਾਦ ਰੱਖਿਓ, ਜਦੋਂ 44ਵੀਂ ਅਮੈਂਡਮੈਂਟ ਹੋਈ, ਇਹ ਹੋਈ ਸੀ 1976 ਦੇ ਵਿੱਚ, 1978, 76 'ਚ ਨਹੀਂ, 1978 ਹੈ। 44ਵੀਂ ਅਮੈਂਡਮੈਂਟ ਹੋਈ 1978 ਦੇ ਵਿੱਚ। ਰਾਈਟ ਟੂ ਪ੍ਰੋਪਰਟੀ ਨੂੰ ਕੀ ਕੀਤਾ ਗਿਆ? ਇਹਦੇ ਵਿੱਚੋਂ ਕੱਢ ਦਿੱਤਾ ਗਿਆ। ਪਹਿਲਾਂ 7 ਮੌਲਿਕ ਅਧਿਕਾਰ ਸੀ, ਰਾਈਟ ਟੂ ਪ੍ਰੋਪਰਟੀ ਨੂੰ ਕੱਢਤਾ। ਹੁਣ ਅੱਜ ਦੀ ਘੜੀ ਕਿੰਨੇ ਰਹਿ ਗਏ? 6। ਹੁਣ ਪੁੱਛਿਆ ਜਾਵੇ ਤਾਂ ਕਿੰਨੇ ਰਹਿ ਗਏ? 6 ਰਹਿ ਗਏ। ਰਾਈਟ ਟੂ ਪ੍ਰੋਪਰਟੀ ਨੂੰ ਕੱਢਤਾ, ਠੀਕ ਹੈ, ਅਤੇ ਇਹਨੂੰ ਕਿਹੜਾ ਰਾਈਟ ਬਣਾਤਾ ਹੁਣ? ਲੀਗਲ ਰਾਈਟ। ਇਹਨੂੰ ਫੰਡਾਮੈਂਟਲ ਰਾਈਟ ਤੋਂ ਹਟਾ ਕੇ ਕਿਹੜਾ ਰਾਈਟ ਬਣਾਤਾ? ਲੀਗਲ ਰਾਈਟ। ਠੀਕ ਹੈ ਜੀ। ਅਗਲਾ, ਜਿਹੜਾ ਮੂਲ ਸੰਵਿਧਾਨ ਹੈ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਕਿੰਨੇ ਮੌਲਿਕ ਕਰਤੱਵ ਦਿੱਤੇ ਗਏ ਸਾਨੂੰ? ਪਹਿਲਾਂ ਵੇਖੋ ਫੰਡਾਮੈਂਟਲ ਰਾਈਟ ਪੁੱਛੇ ਸੀ, ਹੁਣ ਕੀ ਪੁੱਛੇ ਹੈਗੇ ਆ? ਫੰਡਾਮੈਂਟਲ ਡਿਊਟੀਜ਼। ਕਿੰਨੀਆਂ ਪੁੱਛਿਆ? ਫੰਡਾਮੈਂਟਲ ਡਿਊਟੀਜ਼। ਇਹ ਯਾਦ ਰੱਖਿਓ, ਜਦੋਂ ਸੰਵਿਧਾਨ ਆਪਣਾ ਬਣਿਆ ਉਹਦੇ ਵਿੱਚ ਇਕੱਲੇ ਫੰਡਾਮੈਂਟਲ ਰਾਈਟ ਦੀ ਗੱਲ ਹੀ ਕੀਤੀ ਗਈ ਸੀ। ਇਕੱਲੀ ਕਿਹਦੀ ਗੱਲ ਕੀਤੀ ਗਈ ਸੀ? ਮੌਲਿਕ ਅਧਿਕਾਰਾਂ ਦੀ। ਅਤੇ ਕਿੰਨੇ ਮਿਲੇ ਸੀ ਉਹ? 7 ਮਿਲੇ ਸੀਗੇ। ਬਾਅਦ 'ਚੋਂ ਰਾਈਟ ਟੂ ਪ੍ਰੋਪਰਟੀ ਨੂੰ ਕੀ ਕਰਤਾ? ਡਿਲੀਟ ਕਰਤਾ, ਕੱਢਤਾ, 6 ਰਹਿ ਗਏ ਮੌਲਿਕ ਅਧਿਕਾਰ। ਪਰੰਤੂ ਜਿਹੜੇ ਮੌਲਿਕ ਕਰਤੱਵ ਦੀ ਗੱਲ ਕਰੀਏ ਤਾਂ ਮੂਲ ਸੰਵਿਧਾਨ ਵਿੱਚ ਮੌਲਿਕ ਕਰਤੱਵ ਕੋਈ ਵੀ ਨਹੀਂ ਸੀ, ਯਾਨੀ ਕਿ ਆਂਸਰ ਕੀ ਆਊਗਾ? 0। 0 ਕੋਈ ਹੈ ਨਹੀਂ ਗਾ, ਅਤੇ ਆਪਸ਼ਨ ਡੀ ਆਂਸਰ ਆਏਗਾ। ਮੂਲ ਸੰਵਿਧਾਨ ਵਿੱਚ ਕਿੰਨੇ ਮੌਲਿਕ ਕਰਤੱਵ ਸੀਗੇ? 0। ਕਿੰਨੇ ਮੌਲਿਕ ਕਰਤੱਵ ਸੀ? 0। ਤੁਹਾਨੂੰ ਹੁਣੇ ਦੱਸਿਆ। ਫਿਰ ਮੂਲ ਕਰਤੱਵ ਆਏ ਕਦੋਂ? ਜਿਹੜੀ 42ਵੀਂ ਅਮੈਂਡਮੈਂਟ ਹੋਈ ਹੈ, 42ਵੀਂ ਅਮੈਂਡਮੈਂਟ ਤੁਹਾਨੂੰ ਦੱਸਿਆ 1976 ਜਿਹੜੀ 42ਵੀਂ ਅਮੈਂਡਮੈਂਟ ਹੋਈ ਸੀ, ਉਦੋਂ ਕੀ ਕੀਤੇ? 10 ਮੌਲਿਕ ਅਧਿਕਾਰ ਵਿੱਚ ਸ਼ਾਮਲ ਕੀਤੇ। ਮੌਲਿਕ ਕਰਤੱਵ, ਅਧਿਕਾਰ ਨਹੀਂ, ਮੌਲਿਕ ਕਰਤੱਵ। ਉਦੋਂ ਕੀ ਕੀਤੇ ਗਏ? 10 ਮੌਲਿਕ ਕਰਤੱਵਾਂ ਨੂੰ ਸ਼ਾਮਲ ਕੀਤਾ ਗਿਆ। ਜਿਹੜੀ 42ਵੀਂ ਅਮੈਂਡਮੈਂਟ ਹੋਈ ਹੈ 1976, ਉਦੋਂ 10 ਮੌਲਿਕ ਕਰਤੱਵਾਂ ਨੂੰ ਸ਼ਾਮਲ ਕੀਤਾ ਗਿਆ। ਫਿਰ 2002 ਦੇ ਵਿੱਚ, ਠੀਕ ਹੈ, ਇੱਕ ਮੌਲਿਕ ਕਰਤੱਵ ਹੋਰ ਸ਼ਾਮਲ ਕੀਤਾ ਗਿਆ। ਬੱਚਿਆਂ ਨੂੰ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਾ। ਯਾਨੀ ਕਿ ਹੁਣ ਮੌਲਿਕ ਕਰਤੱਵ ਕਿੰਨੇ ਹੋ ਗਏ? 11। ਇਸ ਟਾਈਮ ਕਿੰਨੇ ਹੋ ਗਏ ਮੌਲਿਕ ਕਰਤੱਵ? 11। ਇਹ ਤੁਸੀਂ ਯਾਦ ਰੱਖਣਾ। ਜਿਹੜੀ ਆ 2002 'ਚ ਅਮੈਂਡਮੈਂਟ ਹੋਈ ਸੀ, ਕਿੰਨਵੀਂ ਅਮੈਂਡਮੈਂਟ ਸੀਗੀ? 86ਵੀਂ। ਠੀਕ ਹੈ, ਜਿਹੜੀ 2002 'ਚ ਅਮੈਂਡਮੈਂਟ ਹੋਈ ਹੈ, ਇਹ ਕੀ ਸੀ? 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਕੀ ਦੇਣੀ? ਮੁਫਤ ਸਿੱਖਿਆ ਦੇਣੀ। ਯਾਨੀ ਕਿ ਹੁਣ ਮੌਲਿਕ ਕਰਤੱਵ ਕਿੰਨੇ ਹੋ ਗਏ? 11। ਇਹ ਵੀ ਯਾਦ ਰੱਖਿਓ, ਬੜਾ ਇੰਪੋਰਟੈਂਟ ਹੈ। ਜਿਹੜੀ 42ਵੀਂ ਅਮੈਂਡਮੈਂਟ ਹੈ, ਤੁਹਾਨੂੰ ਬਾਰ-ਬਾਰ ਦੱਸ ਰਹੇ ਹਾਂ, ਇਹਨੂੰ ਕੀ ਬੋਲਿਆ ਜਾਂਦਾ ਹੈ? ਮਿੰਨੀ ਸੰਵਿਧਾਨ। ਭਾਰਤ ਦਾ ਮਿੰਨੀ ਸੰਵਿਧਾਨ ਬੋਲਿਆ ਜਾਂਦਾ ਹੈ। ਐਸੇ ਅਮੈਂਡਮੈਂਟ ਦੇ ਰਾਹੀਂ ਹੀ ਕੀ ਹੈਗੇ? ਮੌਲਿਕ ਕਰਤੱਵਾਂ ਨੂੰ, ਠੀਕ ਹੈ, ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਸੀ। ਅਗਲਾ, ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਕੌਣ ਸੀ? ਭਾਰਤ ਦਾ ਵੇਖੋ ਪਹਿਲਾ, ਜਿਹੜੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਹੈ, ਇਹ ਤਾਂ ਸੀਗੇ ਪਹਿਲੇ ਰਾਸ਼ਟਰਪਤੀ। ਇਹ ਕੀ ਸੀਗੇ? ਪਹਿਲੇ ਰਾਸ਼ਟਰਪਤੀ ਸੀਗੇ। ਸਰਦਾਰ ਪਟੇਲ ਜੀ, ਇਹ ਕੀ ਸੀ? ਪਹਿਲੇ ਉਪ ਪ੍ਰਧਾਨ ਮੰਤਰੀ। ਇਹ ਕੀ ਸੀ? ਪਹਿਲੇ ਉਪ ਪ੍ਰਧਾਨ ਮੰਤਰੀ। ਜਵਾਹਰ ਲਾਲ ਨਹਿਰੂ, ਯਾਦ ਰੱਖਿਓ, ਇਹ ਪਹਿਲੇ ਕੀ ਸੀਗੇ? ਪ੍ਰਧਾਨ ਮੰਤਰੀ। ਜਵਾਹਰ ਲਾਲ ਨਹਿਰੂ ਜੀ ਪਹਿਲੇ ਪ੍ਰਧਾਨ ਮੰਤਰੀ। ਸਰਦਾਰ ਪਟੇਲ ਜੀ ਕੀ ਆਊਗਾ? ਪਹਿਲੇ ਉਪ ਪ੍ਰਧਾਨ ਮੰਤਰੀ। ਠੀਕ ਹੈ ਜੀ। ਭਾਰਤ ਦਾ ਪਹਿਲਾ ਰਾਸ਼ਟਰਪਤੀ ਜਿਨ੍ਹਾਂ ਦੀ ਆਪਣੇ ਜਿਹੜਾ ਹੈਗਾ, ਮੰਨ ਲਓ ਵੀ ਕਾਰਜਕਾਲ ਦੌਰਾਨ ਮੌਤ ਹੋਈ ਸੀ। ਜਿਹੜੇ ਰਾਸ਼ਟਰਪਤੀ ਕਿਹੜੇ? ਜਿਨ੍ਹਾਂ ਦੀ ਆਪਦੇ ਯਾਨੀ ਕਿ ਕਾਰਜਕਾਲ ਦੌਰਾਨ ਹੀ ਕੀ ਹੋ ਗਈ ਸੀਗੀ? ਮੌਤ ਹੋ ਗਈ ਸੀ। ਇਹ ਯਾਦ ਰੱਖਿਓ, ਇਹ ਹੈਗਾ ਡਾਕਟਰ ਜ਼ਾਕਿਰ ਹੁਸੈਨ ਜੀ। ਡਾਕਟਰ ਜ਼ਾਕਿਰ ਹੁਸੈਨ, ਇਹਨਾਂ ਦੀ ਜਿਹੜੀ ਹੈਗੀ ਹੈ ਮੌਤ ਹੈਗੀ ਆ ਆਪਦੇ ਕਾਰਜਕਾਲ ਦੌਰਾਨ ਹੋਈ ਸੀ। ਦੇਖੋ ਜਿਹੜੇ ਦੋ ਰਾਸ਼ਟਰਪਤੀ ਹੈ ਜਿਨ੍ਹਾਂ ਦੀ ਆਪਦੇ ਜਿਹੜੇ ਹੈਗੇ ਕਾਰਜਕਾਲ ਦੌਰਾਨ ਮੌਤ ਹੋਈ ਹੈ। ਪਹਿਲੇ ਸੀਗੇ ਡਾਕਟਰ, ਇਹ ਯਾਦ ਰੱਖਣਾ, ਜ਼ਾਕਿਰ ਹੁਸੈਨ ਜੀ। ਪਹਿਲੇ ਕਿਹੜੇ ਸੀ? ਡਾਕਟਰ ਜ਼ਾਕਿਰ ਹੁਸੈਨ ਜੀ।
ਇੱਕ ਹੋਰ ਸੀਗੇ, ਕਿਹੜੇ ਸੀਗੇ, ਫਰਖੂਦੀਨ ਅਲੀ ਅਹਿਮਦ, ਫਰਖੂਦੀਨ ਅਲੀ ਅਹਿਮਦ ਜੀ, ਇਹ ਵੀ ਯਾਦ ਰੱਖਿਓ। ਇਹਨਾਂ ਦੀ ਵੀ ਆਪਦੇ ਕਾਰਜਕਾਲ ਦੌਰਾਨ ਕੀ ਹੋ ਗਈ ਸੀ, ਮੌਤ ਹੋ ਗਈ ਸੀ। ਪਰ ਪਹਿਲੇ ਕਿਹੜੇ ਸੀਗੇ, ਡਾਕਟਰ ਜ਼ਾਕਿਰ ਹੁਸੈਨ ਜੀ। ਠੀਕ ਹੈ, 2 ਰਾਸ਼ਟਰਪਤੀ ਹੈ ਜਿਨ੍ਹਾਂ ਦੀ ਆਪਦੇ ਕਾਰਜਕਾਲ ਦੌਰਾਨ ਮੌਤ ਹੋਈ ਹੈ। ਭਾਰਤੀ ਸੈਨਾਵਾਂ ਦਾ ਮੁਖੀ, ਭਾਰਤੀ ਸੈਨਾਵਾਂ ਜਿਹੜੀਆਂ ਹੁੰਦੀਆਂ ਜਿਵੇਂ ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਠੀਕ ਹੈ, ਇਹਨਾਂ ਦਾ ਮੁਖੀ ਕੌਣ ਹੁੰਦਾ, ਰਾਸ਼ਟਰਪਤੀ। ਇਹ ਯਾਦ ਰੱਖਿਓ, ਦੇਸ਼ ਦੇ ਜਿਹੜੇ ਰਾਸ਼ਟਰਪਤੀ ਹੈ ਉਹੀ ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਤਿੰਨੇ ਸੈਨਾਵਾਂ ਦਾ ਕੀ ਹੁੰਦੇ ਆ, ਮੁਖੀ। ਅੱਗੇ ਸੰਵਿਧਾਨ ਸਭਾ ਦੁਆਰਾ, ਜਿਹੜੀ ਸੰਵਿਧਾਨ ਸਭਾ ਬਣੀ ਸੀ ਸੰਵਿਧਾਨ ਬਣਾਉਣ ਲਈ, ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਲਈ ਕਿੰਨੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਤੁਹਾਨੂੰ ਹੁਣੇ ਦੱਸ ਕੇ ਹਟੇ ਹਾਂ, ਕੁੱਲ ਕਿੰਨੀਆਂ ਕਮੇਟੀਆਂ ਬਣੀਆਂ ਸੀਗੀਆਂ, 13। ਕੁੱਲ ਕਿੰਨੀਆਂ ਕਮੇਟੀਆਂ ਬਣਾਈਆਂ ਗਈਆਂ ਸੀਗੀਆਂ, 13। ਅਤੇ ਸਭ ਤੋਂ ਇੰਪੋਰਟੈਂਟ ਕਿਹੜੀ ਸੀਗੀ, ਡਰਾਫਟਿੰਗ ਕਮੇਟੀ, ਜਿਹਨੂੰ ਬੋਲਿਆ ਜਾਂਦਾ ਖਰੜਾ ਕਮੇਟੀ। ਜਿਹੜੀ ਸਭ ਤੋਂ ਇੰਪੋਰਟੈਂਟ ਕਿਹੜੀ ਸੀ, ਖਰੜਾ ਕਮੇਟੀ। ਇਹ 'ਚ 7 ਮੈਂਬਰ ਸੀਗੇ, ਅਤੇ ਜਿਹੜੇ ਡਾਕਟਰ ਆਪਣੇ BR ਅੰਬੇਦਕਰ ਜੀ, ਜਿਹੜੇ BR ਅੰਬੇਦਕਰ ਜੀ ਇਹਦੇ ਕੀ ਸੀਗੇ, ਚੇਅਰਮੈਨ ਸੀ। ਠੀਕ ਹੈ ਜੀ, BR ਅੰਬੇਦਕਰ ਜੀ ਕੀ ਸੀਗੇ, ਖਰੜਾ ਕਮੇਟੀ ਦੇ ਚੇਅਰਮੈਨ। ਅੱਗੇ ਵੇਖੋ ਜੀ, ਭਾਰਤੀ ਸੰਵਿਧਾਨ ਜਿਹੜੀ ਕੰਸਟੀਚੂਐਂਟ ਅਸੈਂਬਲੀ ਹੈ ਦੀ ਪਹਿਲੀ ਬੈਠਕ ਕਦੋਂ ਹੋਈ, ਇਹ ਵੀ ਤੁਹਾਨੂੰ ਪਹਿਲਾਂ ਦੱਸਤਾ ਕਈ ਵਾਰੀ। ਪਹਿਲੀ ਬੈਠਕ ਕਦੋਂ ਹੋਈ ਸੀਗੀ, 9 ਦਸੰਬਰ 1946 ਨੂੰ। 9 ਦਸੰਬਰ 1946 ਨੂੰ ਪਹਿਲੀ ਬੈਠਕ ਹੋਈ ਸੀ। ਇਹਦੇ ਵਿੱਚ ਜਿਹੜੇ ਹੈਗੇ, ਇੱਕ ਗੱਲ ਇਹ ਵੀ ਯਾਦ ਰੱਖਣੀ ਹੈ, ਅਸਥਾਈ ਪ੍ਰਧਾਨ ਕਿਹਨੂੰ ਬਣਾਇਆ ਗਿਆ ਸੀ, ਡਾਕਟਰ ਸਚਿਦਾਨੰਦ ਸਿਨਹਾ ਜੀਆਂ ਨੂੰ। ਦੂਜੀ ਬੈਠਕ ਕਦੋਂ ਹੋਈ ਸੀ, 11 ਦਸੰਬਰ ਨੂੰ, 2 ਦਿਨਾਂ ਬਾਅਦ। ਉਹਦੇ ਵਿੱਚ ਅਸਥਾਈ ਜਿਹੜੇ ਹੈਗੇ ਕੀ ਕੀਤੇ ਗਏ ਸੀਗੇ, ਪ੍ਰਧਾਨ ਚੁਣ ਲਏ ਗਏ ਸੀ, ਡਾਕਟਰ ਰਜਿੰਦਰ ਪ੍ਰਸਾਦ ਜੀ। ਉਹਨਾਂ ਨੇ ਪੁੱਛਿਆ ਪਹਿਲੀ ਬੈਠਕ ਕਦੋਂ ਹੋਈ ਸੀ, 9 ਦਸੰਬਰ 1946 ਨੂੰ। 9 ਦਸੰਬਰ 1946 ਦਾ ਕੀ ਹੈ, ਰਾਈਟ ਆਂਸਰ। ਦੋਸਤੋ ਆਪਾਂ ਇਸ ਵੀਡੀਓ ਵਿੱਚ 20 ਕੁਐਸਚਨ ਕੀਤੇ ਹੈ। 20 ਕੁਐਸਚਨਾਂ ਦੇ ਨਾਲ ਨਾਲ ਤੁਹਾਨੂੰ ਕਾਫੀ ਜਿਹੜੀ ਹੈਗੀ ਹੈ ਐਕਸਟਰਾ ਜਾਣਕਾਰੀ ਵੀ ਦਿੱਤੀ ਹੈ। ਇਹਨੂੰ 20 ਕੁਐਸਚਨ ਨਾ ਸਮਝੋ, ਘੱਟੋ ਘੱਟ ਆਪਾਂ 50 ਤੋਂ 60 ਕੁਐਸਚਨ ਆਪਾਂ ਤਿਆਰ ਕਰ ਚੁੱਕੇ ਹਾਂ। ਠੀਕ ਹੈ, ਇਹ ਸਾਰੇ ਹੀ ਜਿਹੜੇ ਹੈਗੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਬੜੇ ਹੀ ਇੰਪੋਰਟੈਂਟ ਟੋਪਿਕ ਹੈ। ਅਤੇ ਸਾਡੀ ਕੋਸ਼ਿਸ਼ ਹੈ ਵੀ ਅਸੀਂ 1000 ਜਿਹੜੇ ਹੈਗੇ ਹੈ MCQ ਦਾ, ਯਾਨੀ ਕਿ ਪ੍ਰਸ਼ਨ ਉੱਤਰਾਂ ਨੂੰ ਜਿਹੜੀ ਲੜੀ ਲੈ ਕੇ ਆਈਏ, ਜਿਹਦੇ ਨਾਲ ਪੂਰਾ ਸੰਵਿਧਾਨ ਕੀ ਹੈਗਾ ਕੰਪਲੀਟ ਹੋ ਜੇ। ਜੇ ਤੁਹਾਨੂੰ ਸਾਡਾ ਵੀਡੀਓ ਪਸੰਦ ਆਇਆ ਹੋਵੇ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਕਰੋ। ਥੈਂਕ ਯੂ, ਧੰਨਵਾਦ।